ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ। ਇਸ ਵਕਤ ਰੇਡ ਐਫਐਮ ਦੀ ਟੀਮ ਪਹੁੰਚੀ ਹੋਈ ਹੈ ਜੀ ਟੀਕਰੀ ਬਾਰਡਰ ਔਰ ਇਸ ਵਕਤ ਮੈਂ ਜਿੱਥੇ ਬੈਠੀ ਹੋਈ ਹਾਂ ਇਹ ਹੈਗਾ ਜੀ ਪਿਲਰ 783 ਟੀਕਰੀ ਬਾਰਡਰ ਦਾ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੰਜਾਬ ਕਿਸਾਨ ਯੂਨੀਅਨ ਦੇ ਅਹੁਦੇਦਾਰ ਜਸਬੀਰ ਕੌਰ ਜੀ ਤੇ ਪਹਿਲੇ ਕਰਦੇ ਹਾਂ ਉਹਨਾਂ ਦਾ ਸਵਾਗਤ। ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਲਾਲ ਸਲਾਮ। ਤੇ ਜਸਬੀਰ ਜੀ ਤੁਸੀਂ ਇੱਥੇ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਆਏ ਹੋਏ ਹੋ ਔਰ ਤੁਸੀਂ ਇੱਥੇ ਡੇ 1 ਤੋਂ ਇੱਥੇ ਡਟੇ ਹੋਏ ਹੋ। ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇੱਥੇ? ਮੈਂ ਸਪੋਰਟ ਕਰਨ ਨਹੀਂ ਆਈ, ਮੈਂ ਖੁਦ ਇੱਕ ਸੰਘਰਸ਼ ਲੜਨ ਲਈ ਆਈ ਹਾਂ ਤੇ ਮੈਂ ਲੰਬੇ ਸਮੇਂ ਤੋਂ ਇਹਨਾਂ ਜਿਹੜੀਆਂ ਨੀਤੀਆਂ ਨੇ ਜਿਹਦੇ ਕਰਕੇ ਅੱਜ ਮਤਲਬ ਇਹ ਸਾਡੀਆਂ ਜ਼ਮੀਨਾਂ ਦੇ ਉੱਤੇ ਵਾਰ ਆ ਗਿਆ ਆ, ਇਹ ਕਾਨੂੰਨ ਬਣ ਗਿਆ ਤਾਂ ਮੈਂ ਲੰਬੇ ਸਮੇਂ ਤੋਂ ਇਹਨਾਂ ਦੇ ਖਿਲਾਫ ਲੜਦੀ ਹਾਂ। ਤਾਂ ਅਸੀਂ ਦੇਖਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ 'ਚ ਮੇਰੀ ਉਮਰ 60 ਸਾਲ ਦੀ ਹੋ ਗਈ, ਮੈਂ ਕਦੇ ਇੰਨਾ ਵੱਡਾ ਸੰਘਰਸ਼ ਨਹੀਂ ਦੇਖਿਆ ਤੇ ਇੰਨੀ ਵੱਡੀ ਗਿਣਤੀ 'ਚ ਕਿਸਾਨਾਂ ਦੇ ਨਾਲ ਜੁੜਦੇ ਲੋਕਾਂ ਨੂੰ ਮੈਂ ਨਹੀਂ ਦੇਖਿਆ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਤੇ ਲੋਕਾਂ ਨੂੰ ਇਹ ਸੁਨੇਹਾ ਦਿੰਦੇ ਸੀ ਕਿ ਜਿਹੜੀਆਂ ਸਰਕਾਰ ਨੇ 91-92 ਤੋਂ ਬਾਅਦ ਨੀਤੀਆਂ ਲੈ ਆਂਦੀਆਂ ਨਿੱਜੀਕਰਨ ਦੀਆਂ ਜਾਂ ਮਤਲਬ ਉਦਾਰੀਕਰਨ ਦੀਆਂ ਜਾਂ ਗਲੋਬਲਾਈਜੇਸ਼ਨ ਦੀਆਂ, ਉਹਦੇ ਨਾਲ ਅਸੀਂ ਉਦੋਂ ਤੋਂ ਲੋਕਾਂ ਨੂੰ ਦੱਸਦੇ ਸੀ ਕਿ ਇਹਨਾਂ ਨੇ ਸਾਡੇ ਸਕੂਲ ਜਿਹੜੇ ਨੇ ਸਾਰੇ ਵੇਚਦੇ ਨੇ, ਪਬਲਿਕ ਸੈਕਟਰ ਸਾਰਾ ਵੇਚ ਦੇਣਾ ਤੇ ਹੌਲੀ ਹੌਲੀ ਹੁਣ ਆਪਾਂ ਦੇਖਦੇ ਵੀ ਹਾਂ ਕਿ ਪਬਲਿਕ ਸੈਕਟਰ ਲਗਭਗ ਸਾਡਾ ਆ ਉਹ ਪ੍ਰਾਈਵੇਟ ਕੰਪਨੀਆਂ ਕੋਲੇ ਚਲਾ ਗਿਆ ਆ, ਵੇਚ ਦਿੱਤਾ। ਕੌਡੀਆਂ ਦੇ ਭਾਅ ਤੇ ਸਾਡੀਆਂ ਬਹੁਤ ਮਹਿੰਗੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਵੇਚੀਆਂ ਨੇ, ਹਰ ਸਰਕਾਰ ਨੇ ਵੇਚੀਆਂ ਨੇ। ਤਾਂ ਸਾਡੇ ਬੱਚਿਆਂ ਦੇ ਕੋਲੇ ਕੋਈ ਰੁਜ਼ਗਾਰ ਨਹੀਂ ਹੈਗਾ ਹੈ ਨਾ, ਤਾਂ ਭਾਵੇਂ ਕੋਈ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਵੇ ਪਰ ਜਦੋਂ ਬੇਰੁਜ਼ਗਾਰੀ ਹੁੰਦੀ ਆ, ਮਹਿਕਮੇ ਖਤਮ ਹੁੰਦੇ ਆ ਤਾਂ ਸਾਰਿਆਂ ਦੇ ਬੱਚਿਆਂ ਵਾਸਤੇ ਇੱਕੋ ਜਿਹੇ ਹੁੰਦੇ ਆ। ਤਾਂ ਉਦੋਂ ਸ਼ਾਇਦ ਇੱਕ ਮੱਧ ਵਰਗ ਨੂੰ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਫੋਰਨ ਵਿੱਚ ਐਡਜਸਟ ਕਰ ਲੈਣਾ ਆ। ਹੋਇਆ ਵੀ ਪੰਜਾਬ ਦੇ ਵਿੱਚ ਉਹ ਵੱਡੀ ਗਿਣਤੀ ਦੇ ਵਿੱਚ ਸਾਡਾ ਇੰਟੈਲੈਕਟ ਜਿਹੜਾ ਹੈ ਉਹ ਵਿਦੇਸ਼ਾਂ ਦੇ ਵਿੱਚ ਚਲਾ ਗਿਆ। ਪਰ ਹੁਣ ਜਿਵੇਂ ਦੇਖਦੇ ਹਾਂ ਕਿ ਜਦੋਂ ਆ ਕਰੋਨਾ ਮਹਾਮਾਰੀ ਆਈ ਤਾਂ ਐਂ ਲੱਗਦਾ ਕਿ ਉਹਦਾ ਲਾਹਾ ਲੈਂਦਿਆਂ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰਕੇ ਮੋਦੀ ਸਰਕਾਰ ਨੇ ਖੇਤੀ ਸੰਬੰਧੀ ਕਾਨੂੰਨ ਬਣਾਤੇ 3, ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਉਹ ਸਰਮਾਏਦਾਰ ਪੱਖੀ ਨੇ ਤੇ ਕਿਸਾਨ ਵਿਰੋਧੀ ਨੇ, ਲੋਕ ਵਿਰੋਧੀ ਨੇ, ਇਕੱਲੇ ਕਿਸਾਨਾਂ ਦੇ ਨਹੀਂ ਹਰ ਵਰਗ ਦੇ ਖਿਲਾਫ ਨੇ ਉਹ। ਤਾਂ ਮਜ਼ਦੂਰਾਂ ਦੇ ਖਿਲਾਫ ਜਿਹੜੇ ਬੜੇ ਲੰਬੇ ਸਮੇਂ ਤੋਂ ਮਜ਼ਦੂਰਾਂ ਨੇ ਲੈ ਕੇ ਹੱਕ ਲਏ ਸੀ ਉਹਨਾਂ ਦੇ ਖਿਲਾਫ ਕਾਨੂੰਨ ਬਣਾ ਦਿੱਤੇ ਗਏ। 8 ਘੰਟੇ ਦੀ ਥਾਂ ਤੇ ਦਿਹਾੜੀ 12 ਘੰਟੇ ਦੀ ਕਰ ਦਿੱਤੀ ਗਈ। ਹੋਰ ਆਰਡੀਨੈਂਸ ਪਾਸ ਕਰ ਦਿੱਤੇ ਲੋਕ ਵਿਰੋਧੀ, ਜਿਵੇਂ ਪਰਾਲੀ ਨੂੰ ਲੈ ਕੇ ਸੀ ਜਾਂ ਇੱਕ ਬਿਜਲੀ ਐਕਟ 2020 ਸੀਗਾ। ਤਾਂ ਇਹਦੇ ਤੇ ਜਦੋਂ ਅਸੀਂ ਇਹਦਾ ਪ੍ਰਚਾਰ ਸ਼ੁਰੂ ਕੀਤਾ 5 ਜੂਨ ਨੂੰ ਇਹ ਆਏ, ਅਸੀਂ ਪਹਿਲਾਂ ਸੈਮੀਨਾਰ ਕੀਤਾ, ਲੋਕਡਾਊਨ ਵੀ ਚੱਲਦਾ ਸੀ ਪਰ ਅਸੀਂ ਸਾਰਾ ਕੁਝ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਪਹਿਲਾਂ ਸੈਮੀਨਾਰ ਕੀਤਾ, ਕੁਝ ਅਸੀਂ ਬੁੱਧੀਜੀਵੀਆਂ ਨੂੰ ਬੁਲਾਇਆ। ਉਸ ਤੋਂ ਬਾਅਦ ਅਸੀਂ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਲੈ ਕੇ ਗਏ, ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਤਾਂ ਫਿਰ ਫੈਸਲਾ ਕਰਕੇ ਫਿਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਇਹਨਾਂ ਸਵਾਲਾਂ ਦੇ ਉੱਤੇ। ਤਾਂ ਫਿਰ ਅਸੀਂ ਮਤਲਬ ਕਿਉਂਕਿ ਸੈਂਟਰ ਦਾ ਮਾਮਲਾ ਆਇਆ ਤਾਂ ਅਸੀਂ ਉਹਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਸੈਂਟਰ ਗਵਰਨਮੈਂਟ ਦੇ ਉੱਤੇ ਅਸੀਂ ਰੇਲਵੇ ਟਰੈਕਾਂ ਦੇ ਉੱਤੇ ਬੈਠੇ ਟਰੈਕ ਜਾਮ ਕੀਤੇ, ਮਾਲ ਗੱਡੀਆਂ ਵੀ ਬੰਦ ਕੀਤੀਆਂ, ਅਸੀਂ ਜਿਹੜੀਆਂ ਸਵਾਰੀ ਗੱਡੀਆਂ ਸੀ ਉਹ ਵੀ ਬੰਦ ਕੀਤੀਆਂ। 22 ਅਕਤੂਬਰ ਤੋਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਆ ਗਿਆ ਸੀ, ਕਟਾਈ ਦਾ, ਸਾਨੂੰ ਉਹਦੇ ਵਾਸਤੇ ਬਾਰਦਾਨੇ ਦੀ ਜ਼ਰੂਰਤ ਸੀ, ਸਾਡਾ ਸਮਾਨ ਵੀ ਬਾਹਰ ਜਾਣਾ ਸੀ ਜਾਂ ਵਪਾਰੀਆਂ ਨੂੰ ਵੀ ਜ਼ਰੂਰਤ ਸੀ ਤਾਂ ਅਸੀਂ ਮਾਲ ਗੱਡੀਆਂ ਨੂੰ ਖੁੱਲ੍ਹ ਦੇ ਦਿੱਤੀ ਕਿ ਉਹਨਾਂ ਨੂੰ ਚਲਾ ਦਿਓ। ਪਰ ਸਰਕਾਰ ਇਸ ਗੱਲ 'ਤੇ ਅੜ ਗਈ ਕਿ ਪਹਿਲਾਂ ਤੁਸੀਂ ਸਵਾਰੀ ਗੱਡੀਆਂ ਨੂੰ ਵੀ ਇਜਾਜ਼ਤ ਦਿਓ। ਚਲੋ ਉਹ ਚੱਲਦਾ ਰਿਹਾ ਤਾਂ ਬਾਅਦ ਵਿੱਚ ਚਲੋ ਇੱਕ ਸੈਟਲਮੈਂਟ ਹੋ ਗਈ ਕਿ ਸਵਾਰੀ ਗੱਡੀਆਂ ਨੂੰ ਵੀ ਦੇ ਦਿੱਤੀ। ਤਾਂ ਅਸੀਂ ਉਦੋਂ ਹੀ ਸਾਡੀਆਂ ਜਥੇਬੰਦੀਆਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਜੇ ਸਰਕਾਰ ਨਹੀਂ ਮੰਨਦੀ, ਲਗਭਗ ਅਸੀਂ ਪੌਣੇ 2 ਮਹੀਨੇ ਵਾਂਗੂ ਅਸੀਂ ਪੰਜਾਬ ਦੇ ਵਿੱਚ ਰੇਲਵੇ ਟਰੈਕਾਂ ਦੇ ਉੱਤੇ ਜਾਂ ਰੇਲਵੇ ਦੇ ਬਾਹਰ ਬਹਿ ਕੇ ਉਹਨਾਂ ਦੇ ਲੜੇ ਹਾਂ। ਤਾਂ ਅਸੀਂ ਫੈਸਲਾ ਕਰ ਲਿਆ ਸੀ ਕਿ ਜੇ ਨਾ ਸਰਕਾਰ ਮੰਨੀ ਤਾਂ ਅਸੀਂ ਦਿੱਲੀ ਜਾਵਾਂਗੇ 26 ਤੇ 27 ਨਵੰਬਰ ਨੂੰ। ਤਾਂ ਸਰਕਾਰ ਨੇ ਰੋਕਾਂ ਲਾ ਲਈਆਂ ਕਿਉਂਕਿ ਅਸੀਂ ਪੰਜਾਬ ਤੋਂ ਆਉਣਾ ਸੀ ਤੇ ਰਸਤੇ ਵਿੱਚ ਅਸੀਂ ਹਰਿਆਣਾ ਗੁਜ਼ਰ ਕੇ ਆਉਣਾ ਸੀ। ਤਾਂ ਹਰਿਆਣੇ ਦੇ ਵਿੱਚ ਬਹੁਤ ਮਤਲਬ ਵੱਡੇ ਇੰਤਜ਼ਾਮ ਕੀਤੇ ਗਏ, ਸਾਨੂੰ ਰੋਕਣ ਲਈ ਬੈਰੀਕੇਡ ਲਾਏ ਗਏ, ਕਿਤੇ ਖਾਈ ਪੁੱਟ ਦਿੱਤੀ ਗਈ, ਕਿਸੇ ਤਰ੍ਹਾਂ ਬਹੁਤ ਵੱਡੇ ਇੰਤਜ਼ਾਮ ਸੀ। ਤਾਂ ਮੈਂ ਕਹਿ ਸਕਦੀ ਹਾਂ ਕਿ ਸਾਨੂੰ ਹਰਿਆਣੇ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਸਾਡੇ ਨੌਜਵਾਨਾਂ ਨੇ ਵੀ ਬੜਾ ਵੱਡਾ ਉਦਮ ਕਰਕੇ ਉਹ ਸਾਰੇ ਬੈਰੀਕੇਡ ਤੋੜੇ ਤੇ ਸਾਨੂੰ ਅਸੀਂ ਦਿੱਲੀ ਪਹੁੰਚ ਗਏ। ਦਿੱਲੀ ਬਾਰਡਰਾਂ 'ਤੇ ਆ ਕੇ ਜਦੋਂ ਸਾਨੂੰ ਇੱਥੇ ਰੋਕ ਲਿਆ ਗਿਆ ਤੇ ਇੱਥੇ ਉਹਨਾਂ ਨੇ ਕੰਡੀਸ਼ਨ ਲਾਤੀ ਕਿ ਤੁਸੀਂ ਬਰਾੜੀ ਮੈਦਾਨ ਚਲੇ ਜਾਓ।
ਅਸੀਂ ਉੱਥੇ ਬਰਾੜੀ ਮੈਦਾਨ ਨਹੀਂ ਸੀ ਜਾਣਾ ਚਾਹੁੰਦੇ। ਸਾਨੂੰ ਲੱਗਦਾ ਕਿ ਉਹ ਸਾਨੂੰ ਖੁੱਲੀ ਜੇਲ੍ਹ ਵਿੱਚ ਬੰਦ ਕਰਨਾ ਚਾਹੁੰਦੇ ਸੀ। ਉੱਥੇ ਅਸੀਂ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਸੀ, ਜੰਤਰ ਮੰਤਰ ਜਾਣਾ ਚਾਹੁੰਦੇ ਸੀ। ਤਾਂ ਸਾਡੇ ਲੀਡਰਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਦਿੱਲੀ ਦੇ ਬਾਰਡਰਾਂ 'ਤੇ ਜਿੱਥੇ ਰੋਕਿਆ ਜਾਊਗਾ ਅਸੀਂ ਰੁਕਾਂਗੇ, ਸ਼ਾਂਤਮਈ ਅਸੀਂ ਸੰਘਰਸ਼ ਚਲਾਵਾਂਗੇ। ਅਸੀਂ 26 ਤਰੀਕ ਤੋਂ ਚੱਲੇ, ਕੋਈ 27 ਨੂੰ ਪਹੁੰਚ ਗਿਆ, ਅਸੀਂ ਜਿੱਦਾਂ 28 ਦੀ ਸਵੇਰ ਨੂੰ ਇੱਥੇ ਪਹੁੰਚੇ। ਤਾਂ ਉਸ ਤੋਂ ਬਾਅਦ ਅਸੀਂ ਇੱਥੇ ਹੌਲੀ ਹੌਲੀ ਮਤਲਬ ਜਿੱਥੇ ਵੀ ਬਾਰਡਰਾਂ 'ਤੇ ਬੈਠੇ ਅਸੀਂ ਆਪਣੇ ਮੈਨੇਜ ਕਰਕੇ ਸਾਰੀਆਂ ਜਥੇਬੰਦੀਆਂ ਨੇ ਅਸੀਂ ਕਮੇਟੀਆਂ ਬਣਾ ਕੇ ਅਸੀਂ ਸਟੇਜ ਚਲਾਉਣੀ ਸ਼ੁਰੂ ਕੀਤੀ। ਤੇ ਬਕਾਇਦਾ ਅਸੀਂ ਉਹਦੀਆਂ ਕਮੇਟੀਆਂ ਬਣਾਈਆਂ ਨੇ ਸਟੇਜ ਦੇ ਵੀ। ਜੇ ਅਸੀਂ ਮੈਂ ਟਿੱਕਰੀ ਬਾਰਡਰ ਦਾ ਦੱਸਾਂ, ਅਸੀਂ ਇੱਥੇ 12 ਜਥੇਬੰਦੀਆਂ ਆ ਜਿਹੜੀਆਂ ਉਸ ਕਮੇਟੀ ਦੇ ਵਿੱਚ ਆ। ਤਾਂ ਉਹਦੇ ਵਿੱਚੋਂ ਅਸੀਂ ਰੋਜ਼ਾਨਾ 3 ਯੂਨੀਅਨਸ ਦੀ ਡਿਊਟੀ ਲਾਉਣੀ ਆ, ਜਿਹੜੇ ਸਟੇਜ ਚਲਾਉਣਗੇ 1 ਘੰਟਾ। ਹਾਂ, 4 ਯੂਨੀਅਨ ਦੀ ਡਿਊਟੀ ਲੱਗਦੀ ਜਿਹੜੇ 1 ਘੰਟਾ ਚਲਾਉਂਦੇ ਨੇ। ਬਕਾਇਦਾ ਅਸੀਂ ਸਟੀਅਰਿੰਗ ਕਮੇਟੀ ਬਣਾਉਣੀ, ਜਿਹੜੀ ਸਟੇਜ ਨੂੰ ਚਲਾਊਗੀ, ਕਿਹੜੇ ਬੁਲਾਰੇ ਨੂੰ ਬੁਲਾਉਣਾ, ਕਿੰਨਾ ਵਕਤ ਅਸੀਂ ਉਹਨੂੰ ਦੇਣਾ ਆ। ਫੰਡ ਦੀ ਕਮੇਟੀ ਬਣਾਈ ਗਈ, ਅਸੀਂ 3 ਮੈਂਬਰੀ ਫੰਡ ਕਮੇਟੀ ਬਣਾਈ ਆ, ਜਿਹਦੇ 'ਚੋਂ ਮੈਂ ਵੀ ਉਹਦੇ ਵਿੱਚੋਂ ਮੈਂਬਰ ਦੇ ਵਿੱਚੋਂ ਆ। ਤੁਸੀਂ ਮੈਨੂੰ ਅਕਸਰ ਹੀ ਸਾਰੇ ਇਹ ਕਹਿੰਦੇ ਵੀ ਮੈਂ ਫੰਡ ਦੇ ਹਿਸਾਬ ਕਿਤਾਬ 'ਚ ਰਹਿੰਦੀ ਹਾਂ। ਹਾਲਾਂਕਿ ਮੈਂ ਹਿਸਾਬ ਕਿਤਾਬ ਰੱਖਦੀ ਹਾਂ, ਪਰ ਮੈਂ ਕੈਸ਼ ਕੋਲ ਨਹੀਂ ਰੱਖਦੀ। ਤਾਂ ਅਸੀਂ ਇੱਦਾਂ ਕਰਕੇ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ। ਅਤੇ ਇਹ ਇੱਕ ਲੋਕ ਲਹਿਰ ਬਣ ਗਈ ਆ। ਹੁਣ ਇਹ ਇਕੱਲਾ ਪੰਜਾਬ ਜਾਂ ਹਰਿਆਣੇ ਦੇ ਕਿਸਾਨਾਂ ਦਾ ਨਹੀਂ, ਪੂਰੇ ਦੇਸ਼ ਦੇ ਕਿਸਾਨਾਂ ਦਾ, ਸਾਰੇ ਕਿਸਾਨਾਂ ਨੂੰ ਲੱਗਾ ਮਤਲਬ ਇਹ ਜਾਗਰਤੀ ਇੱਕ ਆ ਗਈ ਆ ਵੀ ਜੇ ਨੀਤੀਆਂ ਅੱਜ ਪੰਜਾਬ ਦੇ ਵਿੱਚ ਲਾਗੂ ਹੁੰਦੀਆਂ ਨੇ, ਕੱਲ੍ਹ ਨੂੰ ਪੂਰੇ ਦੇਸ਼ ਵਿੱਚ ਲਾਗੂ ਹੋਣੀਆਂ। ਕਿਉਂਕਿ ਪੰਜਾਬ ਤੇ ਹਰਿਆਣਾ ਜਾਂ ਯੂਪੀ ਦਾ ਕੁਛ ਹਿੱਸਾ ਸੀ ਜਿੱਥੇ MSP ਮਿਲਦੀ ਸੀ, ਬਾਕੀ ਸੂਬਿਆਂ ਦੇ ਵਿੱਚ ਤਾਂ ਮਿਲਦੀ ਨਹੀਂ ਸੀ। ਉਹਨਾਂ ਦੀ ਤਾਂ ਲੁੱਟ ਪਹਿਲਾਂ ਹੀ ਬਹੁਤ ਹੁੰਦੀ ਸੀ। ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਸਾਡਾ ਝੋਨੇ ਦੀ ਫਸਲ ਜਦੋਂ ਆਉਂਦੀ ਆ, ਸਾਡੇ 1850 ਨੂੰ ਵਿਕਦੀ ਆ, ਤਾਂ ਯੂਪੀ ਤੇ ਬਿਹਾਰ ਦੇ ਵਿੱਚ ਉਹੀ ਵਪਾਰੀ ਉੱਥੋਂ 800-850 ਨੂੰ ਲਿਆ ਕੇ ਉਹਨੂੰ ਪੰਜਾਬ ਦੇ ਵਿੱਚ ਮਿਲਾਵਟ ਕਰਕੇ ਮਹਿੰਗੇ ਭਾਅ ਦੇ ਵਿੱਚ ਵੇਚਦੇ ਸੀਗੇ। ਯਾਨੀ ਕਿਸਾਨਾਂ ਦੀ ਜਦੋਂ ਫਸਲ ਆਉਂਦੀ ਉਹਨਾਂ ਦੀ ਲੁੱਟ ਹੁੰਦੀ ਆ। ਤਾਂ ਹੁਣ ਇਹ ਉਹਨਾਂ ਦੇ ਵਿੱਚ ਵੀ ਜਾਗਰਤੀ ਆਈ ਆ ਇੱਕ ਵੀ ਅਸੀਂ ਲੜੀਏ ਦੇ ਮਤਲਬ ਇਹਨਾਂ ਕਾਨੂੰਨਾਂ ਦੇ ਖਿਲਾਫ। ਨੌਜਵਾਨ ਪੀੜ੍ਹੀ ਦੇ ਵਿੱਚ ਵੱਡੀ ਬਹੁਤ ਇੱਕ ਚੇਤਨਾ ਪੈਦਾ ਹੋਈ ਆ ਕਿ ਅਸੀਂ ਇਤਿਹਾਸ ਨੂੰ ਪੜ੍ਹੀਏ। ਉਹ ਚਾਚਾ ਅਜੀਤ ਸਿੰਘ ਦੀਆਂ ਕਿਤਾਬਾਂ ਮੰਗਦੇ ਨੇ, ਉਹ ਸਿੱਖ ਇਤਿਹਾਸ ਨੂੰ ਮੰਗਦੇ, ਬੰਦਾ ਸਿੰਘ ਬਹਾਦਰ ਦਾ ਜੀਵਨ ਦੀਆਂ ਮੰਗਦੇ ਨੇ ਸਾਥੋਂ, ਭਗਤ ਸਿੰਘ ਦੀ ਵਿਚਾਰਧਾਰਾ ਵਾਲੀਆਂ ਕਿਤਾਬਾਂ ਮੰਗਦੇ ਨੇ। ਤਾਂ ਤੁਸੀਂ ਦੇਖੋਗੇ ਇੱਥੇ ਨੌਜਵਾਨ ਬੱਚਿਆਂ ਨੇ ਲਾਇਬ੍ਰੇਰੀ ਸ਼ੁਰੂ ਕੀਤੀ ਹੈ ਅਤੇ ਅਸੀਂ ਦੇਖਦੇ ਹਾਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਇਸ਼ੂ ਹੁੰਦੀਆਂ ਨੇ ਅਤੇ ਪੜ੍ਹ ਕੇ ਉਹ ਵਾਪਸ ਵੀ ਕਰਕੇ ਜਾਂਦੇ ਨੇ। ਬੱਚਿਆਂ ਨੇ ਇੱਥੇ ਅਖਬਾਰ ਸ਼ੁਰੂ ਕੀਤਾ ਆ, ਇੱਥੋਂ ਤੱਕ ਕਿ ਵਧੀਆ ਉਹ ਫਿਲਮਾਂ ਵੀ ਦਿਖਾਉਂਦੇ ਨੇ ਰਾਤ, ਜਿਵੇਂ ਮਤਲਬ ਬਾਬਾ ਬੰਦਾ ਬਹਾਦਰ 'ਤੇ ਉਹਨਾਂ ਨੇ ਫਿਲਮ ਦਿਖਾਈ। ਇੱਦਾਂ ਕਰਕੇ ਭਗਤ ਸਿੰਘ ਦੀ ਸਾਰੀਆਂ ਉਹ ਦਿਖਾ ਰਹੇ ਨੇ ਹਿਸਟੋਰੀਕਲ। ਅਤੇ ਇਹ ਇੱਕ ਇਤਿਹਾਸਕ ਲੜਾਈ ਆ। ਤਾਂ ਮਤਲਬ ਲਾਜ਼ਮੀ ਤੌਰ 'ਤੇ ਆ ਕਿ ਅਸੀਂ ਇਹਦੇ 'ਤੇ ਜਿੱਤਾਂਗੇ। ਮੈਂ ਤਾਂ ਕਹਿੰਦੀ ਹੁੰਦੀ ਹਾਂ ਕਿ ਜਿੱਦਾਂ ਬਲੀਵੀਆ ਵਰਗੇ ਮੁਲਕਾਂ ਨੇ ਆਪਦੇ ਦੇਸ਼ਾਂ ਦੇ ਵਿੱਚੋਂ ਇਹਨਾਂ ਕੰਪਨੀਆਂ ਨੂੰ ਭਜਾਇਆ ਸੀ, ਇਵੇਂ ਇੱਕ ਹੁਣ ਲੋਕ ਲਹਿਰ ਬਣ ਗਈ ਆ। ਵੱਡੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ, ਸਾਤੋਂ ਗਿਣਤੀ ਮਿੰਤੀ ਨਹੀਂ ਹੋ ਰਹੀ। ਇੰਤਜ਼ਾਮ ਜਿਹੜੇ ਨੇ ਸਾਡੇ ਕੋਲੇ ਉਹ ਕਈ ਵਾਰੀ ਘੱਟ ਪੈ ਜਾਂਦੇ ਨੇ। ਤਾਂ ਇਹ ਲਾਜ਼ਮੀ ਤੌਰ 'ਤੇ ਅਸੀਂ ਜਿੱਤਾਂਗੇ। ਥੋੜ੍ਹਾ ਟਾਈਮ ਤਾਂ ਲੱਗ ਸਕਦਾ ਹੈ, ਪਰ ਜਿੱਤ ਸਾਡੀ ਅਵੱਸ਼ ਹੈ ਇਹਦੇ 'ਤੇ। ਤੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ 30 ਤਰੀਕ ਨੂੰ ਪੁਰਾਣੀ ਮੀਟਿੰਗ ਹੋਈ ਸੀ, ਪਿਛਲੀ ਮੀਟਿੰਗ ਜਿਹੜੀ ਹੋਈ ਆ, ਉਹਦੇ ਵਿੱਚ ਉਹਨਾਂ ਨੇ 2 ਚੀਜ਼ਾਂ ਗੱਲਾਂ ਉੱਤੇ ਸਹਿਮਤੀ ਕਰ ਦਿੱਤੀ ਹੋਈ ਆ ਤੇ ਬਾਕੀਆਂ ਤੇ ਹਜੇ ਉਹਨਾਂ ਨੇ ਨਹੀਂ ਕੀਤੀ ਹੈ। ਤੇ 4 ਤਰੀਕ ਨੂੰ ਅਗਲੀ ਮੀਟਿੰਗ ਹੈਗੀ ਹੈ। ਪਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਵਾਪਸ ਭੇਜ ਦਿਓ। 4 ਤਰੀਕ ਨੂੰ ਅਗਲੀ ਆਪਾਂ ਗੱਲ ਕਰਾਂਗੇ ਕਿ ਇਹਦੇ ਉੱਤੇ ਕੋਈ ਗੱਲ ਹੋਈ ਹੈ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਵਾਪਸ ਭੇਜਣ ਤੇ। ਨਹੀਂ, ਸਾਡੇ ਕੋਲੇ ਹੁਣ ਨਹੀਂ ਸਗੋਂ ਇਹ ਗੱਲ ਆਈ। ਸ਼ੁਰੂ ਦੇ ਵਿੱਚ ਮਤਲਬ 10 ਤਰੀਕ ਦੇ ਨੇੜੇ, 10 ਦਸੰਬਰ ਦੇ ਨੇੜੇ ਸਾਡੇ ਕੋਲੇ ਗੱਲ ਆਈ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬਜ਼ੁਰਗਾਂ ਨੂੰ ਭੇਜ ਦਿਓ। ਤਾਂ ਕਈ ਤਰ੍ਹਾਂ ਦੇ ਖਦਸ਼ੇ ਵੀ ਲੋਕਾਂ ਦੇ ਅੰਦਰ ਆ ਰਹੇ ਸੀ ਕਿ ਸ਼ਾਇਦ ਸਰਕਾਰ ਕੋਈ ਅਟੈਕ ਕਰਨਾ ਚਾਹੁੰਦੀ ਹੈ, ਖੰਡਾਉਣਾ ਚਾਹੁੰਦੀ ਹੈ ਸੰਘਰਸ਼ ਨੂੰ। ਤਾਂ ਮੈਨੂੰ ਲੱਗਦਾ ਹੁਣ ਉਹ ਸਟੇਜ ਲੰਘ ਗਈ। ਹੁਣ ਸਰਕਾਰ ਵਾਸਤੇ ਇੰਨਾ ਸੌਖਾ ਨਹੀਂ ਇਸ ਸੰਘਰਸ਼ ਨੂੰ ਕੁਚਲਣਾ, ਜਦੋਂ ਲੱਖਾਂ ਲੋਕ ਜਿਨ੍ਹਾਂ ਦੀ ਗਿਣਤੀ ਮਿੰਤੀ ਨਹੀਂ ਹੋ ਰਹੀ, ਹਰ ਬਾਰਡਰ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਨੇ, ਤੇ ਇੰਨਾ ਮਤਲਬ ਉਹ ਤਸ਼ੱਦਦ ਕਰਨਾ ਉਹਨਾਂ ਦੇ ਵਾਸਤੇ ਔਖਾ ਆ। ਅੱਛਾ, ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ ਵੀ ਜਿਹੜੇ 2 ਆਰਡੀਨੈਂਸ ਵਾਪਸ ਲੈਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ, ਉਹਦੇ 'ਚ ਮੈਂ ਕਹਿ ਸਕਦੀ ਹਾਂ ਕਿ ਦੇਖੋ ਸਾਡਾ ਜਿਹੜਾ ਮੂਲ ਲੜਾਈ ਆ, ਸਾਡੇ ਡਿਮਾਂਡ ਚਾਰਟ ਦੇ ਵਿੱਚ ਹੈ ਕਿ ਪਰਾਲੀ ਸੰਬੰਧੀ ਜਿਹੜਾ ਉਹਨਾਂ ਨੇ ਆਰਡੀਨੈਂਸ ਬਣਾਇਆ, ਕਰੋੜ ਰੁਪਏ ਦਾ ਜੁਰਮਾਨਾ ਕਰਾਂਗੇ, 5 ਸਾਲ ਦੀ ਸਜ਼ਾ, ਉਹਨੂੰ ਵਾਪਸ ਕਰਨ ਦੀ ਉਹਨਾਂ ਨੇ ਗੱਲ ਕੀਤੀ ਆ। ਉਹ ਆਸਾਨ ਵੀ ਆ ਉਹਨਾਂ ਵਾਸਤੇ। ਤਾਂ ਜਿਹੜਾ 3 ਕਾਲੇ ਕਾਨੂੰਨ ਉਹਨਾਂ ਨੇ, ਜਿਹਨਾਂ ਕਾਲੇ ਕਾਨੂੰਨ ਦਾ ਨਾਂ ਲੈਂਦੇ ਆ, ਖੇਤੀ ਦੇ ਸੰਬੰਧੀ 'ਚ ਉਹਨਾਂ ਨੇ ਬਣਾਏ ਨੇ,
ਸਾਡੀ ਮੰਗ ਇਹਦੇ ਤੇ ਆ ਕਿ ਇਹਨਾਂ ਨੂੰ ਮੁੱਢੋਂ ਸੁੱਢੋਂ ਰੱਦ ਕੀਤਾ ਜਾਵੇ। ਇਹਦੇ ਤੋਂ ਘੱਟ ਦਾ ਕੋਈ ਸਾਡਾ ਸਮਝੌਤਾ ਨਹੀਂ ਹੋਣਾ, ਇਹਦੇ ਤੇ ਬਿਲਕੁਲ ਖਤਮ ਕੀਤੇ ਜਾਣ। ਉਹਨਾਂ ਨੇ ਅਜੇ ਇਹਦੇ ਤੇ ਕੋਈ ਸਹਿਮਤੀ ਨਹੀਂ ਉਹਨਾਂ ਦੀ ਬਣੀ। ਸਰਕਾਰ ਟਾਲ ਮਟੋਲ ਕਰ ਰਹੀ ਹੈ। ਉਹ ਕਹਿੰਦੇ ਇਹਦੇ ਤੇ ਤੁਸੀਂ ਅਮੈਂਡਮੈਂਟ ਕਰਾ ਲਓ, ਇੰਨੀ ਕਰਾ ਲਓ, ਇੰਨੀ ਕਰਾ ਲਓ, ਪਰ ਅਸੀਂ ਬਿਲਕੁਲ ਉਹਨੂੰ ਕੈਂਸਲ ਕਰਾਉਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਭੋਰਾ ਵੀ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੇ ਕਿ ਸਾਡੀਆਂ ਜ਼ਮੀਨਾਂ ਦੇ ਕੋਈ ਉੱਤੇ ਕੋਈ ਸਰਮਾਏਦਾਰ ਕੰਪਨੀਆਂ ਆ ਜਾਣ, ਜਾਂ ਸਾਡੀਆਂ ਫਸਲਾਂ ਨੂੰ ਖਰੀਦਣ ਲਈ ਉਹਨਾਂ ਨੂੰ ਖੁੱਲੀ ਛੁੱਟੀ ਜ਼ਖੀਰੇਬਾਜ਼ੀ ਦੀ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇ ਖੁੱਲੀ, ਤੇ ਸਾਡੇ ਲੋਕ ਰੋਟੀ ਖਾਣ ਤੋਂ ਵੀ ਆਤਰ ਹੋ ਜਾਣ। ਤਾਂ ਇੱਕ ਜਿਹੜਾ ਉਹਨਾਂ ਨੇ ਬਿਜਲੀ ਐਕਟ ਦਾ ਵੀ ਕਿਹਾ ਹੈ ਕਿ ਅਸੀਂ ਵਾਪਸ ਲੈ ਲਾਂਗੇ, ਉਹਦੇ ਵਿੱਚ ਵੀ ਮੈਂ ਬਹੁਤ ਭਰੋਸੇ ਨਾਲ ਨਹੀਂ ਕਹਿ ਸਕਦੀ ਕਿ ਬੇਸ਼ੱਕ ਸਰਕਾਰ ਨੇ ਜਵਾਨੀ ਕਲਾਮੀ ਕਿਹਾ ਆ ਕਿ ਅਸੀਂ ਉਹਨੂੰ ਵਾਪਸ ਲਵਾਂਗੇ, ਪਰ ਜਦੋਂ ਲੈਣਗੇ ਉਹਨੂੰ, ਕਿਉਂਕਿ ਸਰਕਾਰ ਦੇ ਉੱਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਅਦਾਨੀ ਅੰਬਾਨੀ ਹੋਰਾਂ ਦੀਆਂ ਜਾਂ ਹੋਰ, ਉਹਨਾਂ ਦਾ ਬਹੁਤ ਜ਼ੋਰ ਆ, ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਮੰਤਰੀ ਦੀ ਗੱਦੀ ਤੱਕ ਬਿਠਾਇਆ ਪੈਸਾ ਲਾ ਕੇ, ਉਹਨਾਂ ਦਾ ਬਹੁਤ ਉਹਨਾਂ ਦੇ ਉੱਤੇ ਜ਼ੋਰ ਆ ਕਿ ਤੁਸੀਂ ਇਹ ਲਾਗੂ ਕਰਕੇ ਦਿਓ। ਜੇ ਤੁਹਾਨੂੰ ਅਸੀਂ ਪ੍ਰਧਾਨ ਮੰਤਰੀ ਬਣਾਇਆ ਤਾਂ ਤੁਸੀਂ ਸਾਡੇ ਲਈ ਲਾਗੂ ਕਰੋ। ਤਾਂ ਸਰਕਾਰ ਵੀ ਇੱਕ ਹਿਸਾਬ ਨਾਲ ਫਸੀ ਹੋਈ, ਇੱਕ ਪਾਸੇ ਉਹ ਨੇ, ਉਹ ਤਾਕਤਾਂ ਨੇ, ਦੂਜੇ ਪਾਸੇ 95% ਅਸੀਂ ਲੋਕ ਆ ਜਿਹੜੇ ਅਸੀਂ ਲੜ ਰਹੇ ਇਹਨਾਂ ਦੇ ਖਿਲਾਫ। ਤਾਂ ਉਹ ਵੀ ਹੁਣ ਸਰਕਾਰ ਵੀ ਜਿਹੜੇ MSP ਤੇ ਆ, MSP ਤੇ ਵੀ ਕਹਿੰਦੇ ਤੁਸੀਂ ਜਮਾਨੀ ਕਲਾਮੀ ਸਾਡੇ ਨਾਲ ਕਰ ਲਓ, ਅਸੀਂ ਕਹਿ ਦਿੰਨੇ ਵੀ MSP ਤੁਹਾਨੂੰ ਮਿਲੂਗੀ, ਪਰ ਅਸੀਂ ਇਹਨੂੰ ਕਾਨੂੰਨਨ ਨਹੀਂ ਕਰਦੇ, ਕਾਨੂੰਨ ਨਹੀਂ ਬਣਾਉਂਦੇ MSP ਦਾ। ਅਸੀਂ ਕਹਿੰਦੇ ਸਾਰੀਆਂ ਫਸਲਾਂ ਦੇ ਉੱਤੇ MSP ਲਾਗੂ ਹੋਵੇ। ਹੁਣ ਕੱਲ੍ਹ ਸਾਡੇ ਕੋਲੇ ਮੱਧ ਪ੍ਰਦੇਸ਼ ਤੋਂ ਇੱਥੇ ਕਿਸਾਨ ਲੈ ਕੇ ਆਏ ਆ FIR ਦੀਆਂ ਕਾਪੀਆਂ, ਉਹ ਐਵੀਡੈਂਸ ਨਾਲ ਲੈ ਕੇ ਆਏ ਆ ਡਾਕੂਮੈਂਟਸ, ਕਿ ਇੱਕ ਕੰਪਨੀ ਕੋਈ ਆਈ ਉੱਥੇ, ਉਹਨਾਂ ਨੇ ਉੱਥੋਂ ਦਾਲ ਖਰੀਦ ਲਈ ਕਿਸਾਨਾਂ ਤੋਂ, ਉਹਨਾਂ ਨੇ ਛੋਲੇ ਖਰੀਦ ਲਏ, ਤੇ ਉਹ ਕੋਈ ਲਗਭਗ 2.5 ਕਰੋੜ ਦੀ ਉਹਨਾਂ ਨੇ ਫਸਲ ਕਿਸਾਨਾਂ ਤੋਂ ਖਰੀਦ ਲਈ, ਤੇ ਬਾਅਦ 'ਚ ਪੇਮੈਂਟ ਦਿੱਤੀ ਨਹੀਂ, ਤੇ ਉਹਦਾ ਖੁਰਾ ਖੋਜ ਹੀ ਨਹੀਂ ਉਹਨਾਂ ਨੂੰ ਕੰਪਨੀ ਦਾ ਲੱਭ ਰਿਹਾ। ਤੇ ਇਸ ਕਾਨੂੰਨ ਦੇ ਵਿੱਚ ਸਾਫ਼ ਆ ਕਿ ਜਿਹੜੀਆਂ ਕੰਪਨੀਆਂ ਆਉਣਗੀਆਂ ਉਹਦੇ ਲਈ ਕੋਈ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਨਹੀਂ, ਉਹਨਾਂ ਨੇ ਕੋਈ ਟੈਕਸ ਨਹੀਂ ਭਰਨਾ, ਕੋਈ ਉਹਨਾਂ ਵਾਸਤੇ ਜ਼ਰੂਰੀ ਹੈ ਨਹੀਂ। ਤਾਂ ਸਾਡੀਆਂ ਫਸਲਾਂ ਨੂੰ ਜਿਵੇਂ ਮੱਧ ਪ੍ਰਦੇਸ਼ ਦੇ ਜਿਵੇਂ ਕਿਸਾਨ ਅੱਜ ਰੋਲ ਰਹੇ ਨੇ, ਅਸੀਂ ਕੱਲ੍ਹ ਨੂੰ ਰੋਲਾਂਗੇ, ਸਾਡੀ ਕੋਈ ਫਸਲ ਲੈ ਕੇ ਚਲਾ ਜਾਊਗਾ, ਲੈ ਕੇ ਚੁੱਕ ਕੇ ਲੈ ਜਾਊਗਾ, ਸਾਨੂੰ ਪੇਮੈਂਟ ਨਹੀਂ ਮਿਲੂਗੀ। ਇਸ ਕਰਕੇ ਅਸੀਂ ਇਹਨਾਂ ਨੂੰ ਬਿਲਕੁਲ ਰੱਦ ਕਰਾਉਣਾ। ਤੇ ਹੁਣ ਅਗਲੀ ਮੀਟਿੰਗ ਜਿਹੜੀ 4 ਤਰੀਕ ਨੂੰ ਆ ਜਸਬੀਰ ਜੀ, ਤੁਹਾਨੂੰ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਹੱਲ ਨਿਕਲ ਕੇ ਆਊਗਾ, ਜਾਂ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ, ਸਰਕਾਰ ਹੈਗੀ ਆ, ਉਹ ਇਹ 3 ਕਾਲੇ ਕਾਨੂੰਨ ਵਾਪਸ ਲਏਗੀ? ਦੇਖੋ, ਜਿਹੜੀ 30 ਤਰੀਕ ਦੀ ਮੀਟਿੰਗ ਹੋਈ ਆ, ਉਹ ਕਾਫੀ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਆ। ਦੋਨਾਂ ਧਿਰਾਂ ਦਾ ਰੁੱਖ ਜਿਹੜਾ ਕਾਫੀ ਬਦਲਿਆ ਹੋਇਆ ਸੀ, ਤੇ ਅਸੀਂ ਤਾਂ ਹਰ ਮੀਟਿੰਗ ਦੇ ਵਿੱਚ ਹੀ ਉਮੀਦ ਰੱਖਦੇ ਹਾਂ, ਕਿਉਂਕਿ ਅਸੀਂ ਹੁਣ ਜੇ ਇਹ ਸਰਕਾਰ ਨੇ ਪਾਸ ਕੀਤੇ ਤਾਂ ਅਸੀਂ ਸਰਕਾਰ ਤੋਂ ਹੀ ਇੱਕ ਵਿਧਾਨਕ ਹੀ ਬਣਦਾ ਨਾ, ਉਹੀ ਇਹਨਾਂ ਨੂੰ ਰੱਦ ਕਰ ਸਕਦੇ ਆ, ਪ੍ਰੋਸੀਜਰ ਉਹਨਾਂ ਨੇ ਅਡਾਪਟ ਕਰਨਾ। ਅਸੀਂ ਹਰ ਮੀਟਿੰਗ ਦੇ ਵਿੱਚ ਉਮੀਦ ਰੱਖਦੇ ਹਾਂ ਕਿ ਉਹ ਕਰਨਗੇ। 4 ਤਰੀਕ ਨੂੰ ਵੀ ਅਸੀਂ ਉਮੀਦ ਰੱਖਦੇ ਹਾਂ ਕਿ ਉਹ ਇਹਨਾਂ ਨੂੰ ਕੈਂਸਲ ਕਰਨ ਦੀ ਗੱਲ ਕਰਨਗੇ। ਜੇ ਉਹ ਨਾ ਕਰਨਗੇ, ਅਸੀਂ ਤਿਆਰੀ ਕਰਕੇ ਆਏ ਹਾਂ ਪੂਰੀ, ਭਾਵੇਂ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਨੂੰ ਇਸ ਤੋਂ ਵੱਧ ਵੀ ਸਮਾਂ ਲੱਗ ਜੇ, ਅਸੀਂ ਜਾਵਾਂਗੇ ਉਦੋਂ ਵਾਪਸ ਜਦੋਂ ਇਹ ਕੈਂਸਲ ਹੁੰਦੇ। ਹਾਂਜੀ। ਤੇ ਇਹ ਸੀ ਜੀ ਜਸਬੀਰ ਕੌਰ ਜੀ, ਪੰਜਾਬ ਕਿਸਾਨ ਯੂਨੀਅਨ ਦੇ ਅਹੁਦਾ ਮੈਂਬਰ। ਤੇ ਇਸ ਵਕਤ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ। ਬਹੁਤ ਉਲਝੇ ਹੋਏ ਸੀਗੇ ਆਪਣੇ ਕੰਮਾਂ ਦੇ ਵਿੱਚ, ਇਹਨਾਂ ਨੇ ਸਾਨੂੰ ਆਪਣਾ ਸਮਾਂ ਦਿੱਤਾ, ਕੀਮਤੀ ਸਮਾਂ ਦਿੱਤਾ। ਆਪਾਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਬਹੁਤ ਬਹੁਤ ਧੰਨਵਾਦ ਜਸਬੀਰ ਜੀ ਸਾਡੇ ਨਾਲ ਗੱਲਬਾਤ ਕਰਨ। ਸਾਰਿਆਂ ਦਾ ਧੰਨਵਾਦ ਜੀ, ਬਹੁਤ ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਤੇ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਸਾਰੇ ਕਿਸਾਨ ਬਹੁਤ ਤਿਆਰੀ ਨਾਲ ਆਏ ਨੇ, ਤੇ ਇਹ ਬਿਲਕੁਲ ਤਿਆਰੀ ਨਾਲ ਇੱਥੇ ਬੈਠੇ ਨੇ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ TV, ਟੀਕਰੀ ਬਾਰਡਰ।